ਗੁਰ ਗਮ ਭੇਦ ਸੋ ਹਰਿ ਕਾ ਪਾਵੋ। ਭਗਤਾਂ ਵਿੱਚੋਂ ਭਗਤ ਕਬੀਰ ਜੀ ਮਹਾਰਾਜ ਜੋ ਸ਼੍ਰੋਮਣੀ ਭਗਤ ਹੋਏ ਨੇ, ਜੋ ਚੱਲ ਰਹੀ ਲੜੀਵਾਰ ਕਥਾ ਵਿੱਚ ਭਗਤ ਕਬੀਰ ਜੀ ਮਹਾਰਾਜ ਪਾਵਨ ਉਪਦੇਸ਼ ਦਿੰਦੇ ਨੇ। ਬਾਰ ਬਾਰ ਖਰ ਕੇ ਗੁਣ ਗਾਵੋ, ਗੁਰ ਗਮ ਭੇਦ ਸੋ ਹਰਿ ਕਾ ਪਾਵੋ। ਹੇ ਭਾਈ, ਬਾਰੰਬਾਰ ਪਰਿਪੂਰਨ ਪਰਮਾਤਮਾ ਦੇ ਗੁਣਾਂ ਨੂੰ ਗਾਵੋ। ਇਹ ਨਹੀਂ ਇੱਕ ਵਾਰ ਗਾਵਿਆ ਫਿਰ ਗਾਇਆ ਨਹੀਂ। ਸਾਰੇ ਦਿਨਾਂ ਵਿੱਚ ਪਰਮੇਸ਼ਰ ਦੇ ਗੁਣ ਗਾਵੋ, ਨਿਤ ਦੇ ਨੇਮੀ ਬਣੋ। ਬਾਰ ਬਾਰ ਖਰ ਕੇ ਗੁਣ ਗਾਵੋ, ਹਰੀ ਦੇ ਗੁਣ ਗਾਵੋ, ਸਿਫਤ ਕਰੋ ਵਾਹਿਗੁਰੂ ਦੀ। ਗੁਰ ਗਮ ਭੇਦ ਸੋ ਹਰਿ ਕਾ ਪਾਵੋ, ਫਿਰ ਕੀ ਫਲ ਹੋਵੇਗਾ। ਉਸ ਹਰੀ ਪਰਿਪੂਰਨ ਪਰਮਾਤਮਾ ਜੋ ਜਗਤ ਦਾ ਸਿਰਜਣਹਾਰ ਦਾਤਾਰ ਹੈ, ਤੁਸੀਂ ਭੇਦ ਗੁਰੂ ਦੀ ਗਮਤਾ ਤੋਂ ਪਾ ਲਵੋਗੇ। ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਬ। ਆਦਿਤ ਐਤਵਾਰ ਦੁਆਰਾ ਭਗਤੀ ਦਾ ਉਦਮ ਕਰੀਏ। ਸਤਿਗੁਰਾਂ ਨੇ ਜੋ 7 ਵਾਰ ਨੇ, 7 ਵਾਰਾਂ ਪ੍ਰਤੀ ਵੀ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਜਿਵੇਂ ਐਤਵਾਰ ਦਾ ਦਿਨ, ਸੰਡੇ ਦਾ ਦਿਨ ਭਗਤੀ ਦਾ ਉਦਮ ਕਰੀਏ। ਕਾਇਆ ਰੂਪੀ ਮੰਦਰ ਵਿੱਚ ਮਨਸਾ ਵਾਸ਼ਨਾ ਦਾ ਪ੍ਰਵਾਹ ਚੱਲ ਰਿਹਾ ਹੈ, ਤੇ ਇਸ ਨੂੰ ਰੋਕੀਏ। ਕੈਸਾ ਜੋ ਜਗਤ ਦੀਆਂ ਵਾਸ਼ਨਾਵਾਂ ਆਸ਼ਨਾਵਾਂ ਵਿੱਚ ਮਨ ਆਪਣਾ ਤੁਰਿਆ ਫਿਰਦਾ ਹੈ, ਉਸ ਮਨ ਨੂੰ ਉਸ ਸੱਚੇ ਪਰਮੇਸ਼ਰ ਵਾਹਿਗੁਰੂ ਦੀ ਯਾਦ ਚਿੰਤਨ ਵਿੱਚ ਲਾਈਏ। ਇਕਾਗਰ ਕਰੀਏ ਮਨ ਨੂੰ, ਜਿਵੇਂ ਗੁਰਦੇਵ ਦੇ ਪਾਵਨ ਬਚਨ ਨੇ, ਮਨ ਲੋਚੈ ਬੁਰਿਆਈਆਂ ਗੁਰ ਸਬਦੀ ਇਹੋ ਮਨ ਹੋੜੀ ਹੈ। ਐਨਿਸ ਅਖੰਡ ਸੁਰਹੀ ਜਾਏ, ਤੋ ਅਨਹਦ ਬੇਨ ਸਹਿਜ ਮਹਿ ਬਾਏ। ਜਬ ਰਾਤ ਤੇ ਦਿਨ ਨਿਰੰਤਰ ਅਖੰਡਾਕਾਰ ਬ੍ਰਹਮਾਕਾਰ ਵਿਰਤੀ ਉਤਪੰਨ ਹੋ ਜਾਵੇ, ਸੱਚੇ ਪਰਮੇਸ਼ਰ ਦੀ ਯਾਦ ਵਿੱਚ ਇਹ ਮਨ ਜੁੜ ਜਾਵੇ, ਤਬ ਇੱਕ ਰਸ ਬਾਜਾ ਸੁਭਾਵਕ ਹੀ ਵਜਾਉਂਦਾ ਹੈ। ਭਾਵ ਸੇ ਅਧਿਕਾਰੀਆਂ ਪ੍ਰਤੀ ਬ੍ਰਹਮ ਦਾ ਕਥਨ ਕਰਦਾ ਹੈ। ਭਾਵ ਉਸ ਦੀ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ। ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ, ਉਹ ਵਿਚਾਰੀ ਸੁਤੇ ਬਣ ਜਾਂਦਾ ਹੈ। ਸੋਮਵਾਰ ਸਸ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਬਿਖ ਹਰੈ। ਸੋਮਵਾਰ ਦਾ ਦਿਨ, ਜੋ ਮੰਡੇ ਦਾ ਦਿਨ, ਗੁਰੂ ਰੂਪ ਚੰਦਰਮਾ ਗਿਆਨ ਉਪਦੇਸ਼ ਰੂਪੀ ਵਾਕ ਅੰਮ੍ਰਿਤ ਉਚਾਰਦੇ ਨੇ। ਤਿਨਾ ਵਾਕ ਰੂਪ ਅੰਮ੍ਰਿਤ ਨੂੰ ਪੀਂਦੇ ਹੀ ਸੀਘਰਤਾ ਸੇ ਜਗਿਆਸੂ ਸੰਪੂਰਨ ਜੋ ਵਿਸ਼ੇ ਵਾਸ਼ਨਾ ਵਿਕਾਰ, ਇਹ ਦੂਰ ਕਰ ਦਿੰਦਾ ਹੈ। ਬਾਣੀ ਰੋਕਿਆ ਰਹਿ ਦੁਆਰ, ਤੋ ਮਨ ਮਤਵਾਰੋ ਪੀਵਨ ਹਾਰ। ਤੂੰ ਜੇਕਰ ਬਾਣੀ ਆਦਿਕ ਇੰਦਰੀਆਂ ਦੇ ਦੁਆਰਿਆਂ ਦਾ ਸਮੁਦਾਇ ਰੋਕਣਾ ਰੱਖੇ, ਤੋ ਮਨ ਜੋ ਅੰਮ੍ਰਿਤ ਦੇ ਪੀਵਣ ਵਾਲਾ ਹੈ, ਉਸ ਤੋਂ ਮਸਤ ਹੋ ਜਾਂਦਾ ਹੈ। ਮੰਗਲਵਾਰੇ ਲੈ ਮਾਹੀਤ, ਪੰਜ ਚੋਰ ਕੀ ਜਾਣੈ ਰੀਤ। ਮੰਗਲਵਾਰ ਦਾ ਦਿਨ, ਜੋ ਹਫ਼ਤੇ ਦਾ ਤੀਜਾ ਦਿਨ ਹੋ ਗਿਆ, ਮਹਾਤਮਾ ਦੀ ਸਿੱਖਿਆ ਮਹੱਤਤਾ ਰਹਿਣੀ ਨੂੰ ਗ੍ਰਹਿਣ ਕਰੇ ਕਿ ਰੱਬ ਦੇ ਜਨ ਨਾਮ ਜਪਦੇ ਨੇ, ਪਰਮੇਸ਼ਰ ਦੀ ਯਾਦ ਵਿੱਚ ਜੁੜਦੇ ਨੇ, ਉਪਦੇਸ਼ ਦਿੰਦੇ ਨੇ। ਉਸ ਰਹਿਣੀ ਵਿੱਚ ਪ੍ਰਵਕ ਰਹੀ, ਉਸ ਉਪਦੇਸ਼ ਨੂੰ ਹਿਰਦੇ ਵਿੱਚ ਵਸਾਈਏ।
ਪੰਜ ਚੋਰ ਕਿਹੜੇ ਨੇ? ਪੰਜ ਚੋਰ ਕੀ ਜਾਣੈ ਰੀਤ। ਇਸ ਪੰਜਾਂ ਚੋਰਾਂ ਦੀ ਰੀਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤੇ ਇਹਨਾਂ ਦੇ ਪਕੜਨੇ ਦੀ ਰੀਤੀ ਨੂੰ ਜਾਣ ਲਵੇ ਕਿ ਇਹ ਪੰਜ ਚੋਰ ਕਿਵੇਂ ਵਸ ਵਿੱਚ ਆਵਣਗੇ, ਕਿਵੇਂ ਪਕੜੇ ਜਾਵਣਗੇ, ਕਿਉਂਕਿ ਇਹ ਮਨੁੱਖ ਨੂੰ ਨਰਕ ਦਾ ਭਾਗੀ ਬਣਾ ਦਿੰਦੇ ਨੇ। ਘਰ ਛੋਂਡੇ ਬਾਹਰ ਜਿਨ ਜਾਏ, ਨਾਤਰ ਖਰਾ ਰਿਸੈ ਹੈ ਰਾਏ। ਤੇ ਸਿੱਖਿਆ ਕਰਕੇ ਆਪਣਾ ਸੂਬ ਛੱਡ ਕੇ ਬਾਹਰਮੁਖੀ ਹੋ ਕੇ ਮਤ ਜਾਵੇ। ਭਾਵ ਅੰਤਰਮੁਖੀ ਰਹਿਣਾ ਹੈ, ਬਾਹਰਮੁਖੀ ਨਹੀਂ ਹੋਣਾ। ਨਹੀਂ ਤਾਂ ਰਾਜਾ ਪਰਮੇਸ਼ਰ ਅਤੀ ਗੁੱਸੇ ਹੋਵੇਗਾ। ਜੇ ਆਪਾਂ ਤੇ ਸਿੱਖਿਆ ਕਰਕੇ ਆਪਣਾ ਸੂਬ ਛੱਡ ਕੇ ਬਾਹਰਮੁਖੀ ਜਾ ਬਣਾਂਗੇ, ਪਰਮੇਸ਼ਰ ਨਾਰਾਜ਼ ਹੋ ਜਾਂਦਾ ਹੈ। ਘਰ ਛੋਡੇ ਬਾਹਰ ਜਿਨ ਜਾਏ, ਨਾਤਰ ਖਰਾ ਰਿਸੈ ਹੈ ਰਾਈ। ਪਰਮੇਸ਼ਰ ਫਿਰ ਗੁੱਸੇ ਹੋਵੇਗਾ। ਬੁੱਧਵਾਰ ਬੁੱਧ ਕਰੈ ਪ੍ਰਗਾਸ, ਹਿਰਦੈ ਕਮਲ ਮਹਿ ਹਰਿ ਕਾ ਵਾਸ। ਬੁੱਧਵਾਰ ਉੱਤਮ ਬੁੱਧੀ ਦਾ ਪ੍ਰਕਾਸ਼ ਕਰੇ ਕਿ ਬੁੱਧ ਵਾਰ ਦਾ ਦਿਨ ਹੈ। ਹਿਰਦੇ ਕਮਲ ਵਿੱਚ ਹਰੀ ਦਾ ਵਾਸਾ, ਜਾਣੇ ਕਿ ਮੇਰਾ ਵਾਹਿਗੁਰੂ ਪਰਵਤਗਾਰ ਮੇਰੇ ਹਿਰਦੇ ਘਰ ਵਿੱਚ ਬੈਠਾ ਹੈ। ਗੁਰ ਮਿਲ ਦੋ ਏਕ ਸਮ ਧਰੈ, ਔਰਦ ਪੰਕ ਲੈ ਸੂਦਾ ਕਰੈ। ਗੁਰੂ ਦੇ ਸਾਥ ਮਿਲ ਕੇ ਜੀਵ ਈਸ਼ਵਰ ਦੋਨਾਂ ਨੂੰ ਇੱਕ ਸਮ ਬ੍ਰਹਮ ਵਿੱਚ ਜਾਣ ਕੇ ਧਾਰਨ ਕਰੇ। ਨੀਚੇ ਨੂੰ ਜੋ ਉਲਟਾ ਹੋਇਆ, ਹਿਰਦਾ ਕਮਲ ਜੋ ਪਰਮੇਸ਼ਰ ਤੋਂ ਬੇਮੁਖ ਹੋ ਰਿਹਾ ਸੀ, ਇਸ ਨੂੰ ਸੁੱਧਾ ਕਰੇ। ਭਾਵ ਵਾਹਿਗੁਰੂ ਦੇ ਸਨਮੁਖ ਕਰੇ। ਬ੍ਰਹਸਪਤ ਵਿਖਿਆ ਦੇਵ ਹਾਏ, ਤੀਨ ਦੇਵ ਇੱਕ ਸੰਗ ਲਾਏ। ਬ੍ਰਹਸਪਤ ਵੀਰਵਾਰ ਨੂੰ ਕਹਿੰਦੇ ਨੇ। ਬ੍ਰਹਸਪਤ ਵਿਖਿਆ ਦੇਵ ਹਾਏ, ਤੀਨ ਦੇਵ ਏਕ ਸੰਗ ਲਾਏ। ਵਿਸ਼ੇ ਵਾਸ਼ਨਾ ਨੂੰ ਤਿਆਗ ਦਵੇ, ਖੋਟੀ ਮਤ ਨੂੰ ਸੰਗ੍ਰਹਿ ਨਾ ਕਰੇ। ਤਿੰਨ ਦੇਵ ਜੋ ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ ਮਹਾਰਾਜ, ਇੱਕ ਬ੍ਰਹਮ ਦੇ ਸੰਗ ਜੋ ਭਗਤ ਜੀ ਪਾਵਨ ਬਚਨ ਕਹਿੰਦੇ ਨੇ। ਤੀਨ ਦੇਵ ਏਕ ਸੰਗ ਲਾਏ, ਜੋ ਤਿੰਨ ਦੇਵਤੇ ਨੇ, ਬ੍ਰਹਮ ਰੂਪ ਹੀ ਜਾਣੇ ਤਿੰਨਾਂ ਨੂੰ। ਤੀਨ ਨਦੀ ਤਹਿ ਤ੍ਰੈ ਕੁੱਟੀ ਮਾਹੇ, ਅਹਨਸ ਕਸਮਲ ਧੋਵੇ ਨਾਹੇ। ਦਸਵੀਂ ਦਵਾਰ ਵਿੱਚ ਜਦੋਂ ਤਿੰਨ ਨਦੀ ਈੜਾ, ਪਿੰਗਲਾ, ਸੁਖਮਨਾ ਹੈ, ਤਿੰਨਾਂ ਵਿੱਚ ਰਾਤ ਇਸ਼ਨਾਨ ਕਰੇ, ਪਾਪਾਂ ਨੂੰ ਧੋਵੇ। ਸਤ ਸੰਗਤ ਤ੍ਰੈ ਕੁੱਟੀ ਵਿੱਚ ਕਰਮ ਕਾਂਡ, ਉਪਾਸਨਾ, ਗਿਆਨ ਰੂਪੀ ਤਿੰਨ ਨਦੀਆਂ ਚੱਲ ਰਹੀਆਂ ਨੇ। ਕਰਮ ਕਾਂਡ ਵਿੱਚ ਆਪਣਾ ਅਧਿਕਾਰ ਸਮਝ ਕੇ ਦਿਨ ਰਾਤ ਇਹਨਾਂ ਵਿੱਚ ਇਸ਼ਨਾਨ ਕਰੇ, ਪਾਪਾਂ ਨੂੰ ਧੋਵੇ। ਸੋ ਕ੍ਰਿਤ ਸਹਾਰੈ, ਸੋ ਇਹ ਬ੍ਰਤ ਚੜ੍ਹੈ। ਅਨ ਦਿਨ ਆਪ ਆਪ ਸਿਉ ਲੜੈ। ਸ਼ੁੱਕਰਵਾਰ ਦਾ ਦਿਨ, ਜਿਸ ਨੂੰ ਜੁਮਾ ਵੀ ਕਹਿੰਦੇ ਨੇ, ਸ਼ੁੱਕਰਵਾਰ। ਸਤਿਗੁਰੂ ਭਗਤ ਕਬੀਰ ਜੀ ਮਹਾਰਾਜ ਦੇ ਬਚਨ ਕਹਿੰਦੇ ਨੇ, ਸੋ ਕ੍ਰਿਤ ਸਹਾਰੈ, ਸੋ ਇਹ ਬ੍ਰਤ ਚੜ੍ਹੈ। ਪੁੰਨਾਂ ਦੇ ਆਸਰੇ ਕਰਕੇ ਇਸ ਪਦ ਵਿੱਚ ਭਗਤੀ ਗਿਆਨ ਵਿੱਚ ਵਰਤ ਧਾਰਨ ਕਰਕੇ ਇੰਦਰੀਆਂ ਨੂੰ ਸੰਕੋਚਨ ਕਰਕੇ ਬਿਰਤੀ ਨੂੰ ਚਾੜੇ, ਕਿਉਂਕਿ ਇਹ ਵਰਤ ਰੱਖਣਾ ਹੈ ਕਿ ਇੰਦਰੀਆਂ ਨੂੰ ਸੰਕੋਚਨਾ, ਇਹੀ ਬਿਰਤੀ ਨੂੰ ਚਾੜਨ ਕਰੇ। ਇਹ ਭਗਤੀ ਗਿਆਨ ਵਿੱਚ ਵਰਤ ਧਾਰਨ ਕਰੇ। ਰਾਤ ਦਿਨ ਆਪ ਹੀ ਆਪਣੇ ਮਨ ਦੇ ਸਾਥ ਲੜੇ ਕਿ ਮਨਾ ਇਹ ਕੰਮ ਤੂੰ ਨਹੀਂ ਕਰਨੇ, ਇਹ ਉਚਿਤ ਨਹੀਂ, ਖੋਟੀ ਸੰਗਤ ਤੂੰ ਨਹੀਂ ਕਰਨੀ, ਖੋਟੇ ਬੋਲ ਤੂੰ ਬੋਲਣੇ ਨਹੀਂ। ਮੈਂ ਧੰਨ ਧੰਨ ਬਾਬਾ ਈਸਰ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਨੀਆਂ ਭਾਈ। ਇਸ ਮਨ ਨੂੰ ਸਮਝਾਉਣਾ ਹੈ, ਮਨ ਨੂੰ ਸੱਚੇ ਪਰਮੇਸ਼ਰ ਦੀ ਯਾਦ ਚਿੰਤਨ ਵਿੱਚ ਲਾਉਣਾ ਹੈ। ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਸੋ ਰਖੀ ਪਾਂਚੋ ਰਾਖੈ ਸਭੈ, ਤੋ ਦੂਜੀ ਰਿਸ਼ਟ ਨਾ ਪੈਸੈ ਕਵੈ।
ਜੋ ਪੰਜ ਗਿਆਨ ਇੰਦਰੀਆਂ ਨੂੰ ਰੋਕ ਕੇ ਸਹਿਤ ਬਲ ਦੇ ਵਸ ਕਰ ਲਵੇ, ਪੰਜ ਗਿਆਨ ਇੰਦਰੀਆਂ ਤੋਂ ਦਵੈਰ ਦੀ ਦ੍ਰਿਸ਼ਟੀ ਹਿਰਦੇ ਵਿੱਚ ਕਦੇ ਵੀ ਨਹੀਂ ਆਵੇਗੀ, ਖੋਟੀ ਮਤ ਪ੍ਰਗਟ ਹੀ ਨਹੀਂ ਹੋਵੇਗੀ। ਥਾਵਰ ਥਿਰ ਕਰ ਰਾਖੈ ਸੋਏ, ਜੋਤ ਦੀਵਟੀ ਘਟ ਮਹਿ ਜੋਏ। ਸਨਿਚਰਵਾਰ ਦੁਆਰੀ ਪਾਵਨ ਬਚਨ ਕਹਿੰਦੇ ਨੇ, ਜੋ ਸ਼ਨੀਵਾਰ ਦਾ ਦਿਨ, ਸੋ ਇੰਦਰੇ ਪਿੱਛੇ ਕਹੇ ਨੇ, ਸੋ ਤਿਨਾਂ ਨੂੰ ਰੋਕ ਰੱਖੇ ਉਹਨਾਂ ਇੰਦਰੀਆਂ ਨੂੰ। ਗਿਆਨ ਦੀ ਵਰਤੀ ਨੂੰ ਵਰਤੀ ਹਿਰਦੇ ਵਿੱਚ ਜੋੜੇ, ਗਿਆਨ ਦੀ ਵਰਤੀ। ਬਾਹਰ ਭੀਤਰ ਭਇਆ ਪਰਗਾਸ, ਤਬ ਹੁਆ ਸਗਲ ਕਰਮ ਕਾ ਨਾਸ। ਭਗਤ ਜੀ ਫਰਮਾਉਂਦੇ ਨੇ, ਜਬ ਗਿਆਨ ਕਰਕੇ ਬ੍ਰਹਿਮੰਡ ਵਿੱਚ, ਸਰੀਰ ਵਿੱਚ ਇੱਕ ਬ੍ਰਹਮ ਦਾ ਹੀ ਪ੍ਰਕਾਸ਼ ਹੋ ਗਿਆ, ਤਬ ਅਨੇਕ ਜਨਮਾਂ ਦੇ ਜੋ ਸੰਚਰ ਕਿਰਿਆ ਕਰਮ ਨੇ, ਪ੍ਰਾਲਬਧ ਕਰਮ ਨੇ, ਆਪਣੇ ਕਰਮਾਂ ਦੇ, ਜਨਮਾਂ ਦੇ, ਇਨ ਸਭ ਦਾ ਨਾਸ ਹੋ ਗਿਆ। ਜਦ ਪ੍ਰਾਰਬਧ ਕਰਮ ਕਰਕੇ ਗਿਆਨੀ ਦੇ ਸਰੀਰ ਦਾ ਵਿਵਹਾਰ ਹੁੰਦਾ ਹੈ, ਤਦ ਤਿਨਾਂ ਵਿੱਚ ਜਨਮ ਦੇਣ ਦੀ ਸ਼ਕਤੀ ਨਹੀਂ ਰਹਿੰਦੀ, ਕਿਉਂਕਿ ਬ੍ਰਹਮ ਦੇ ਵਿੱਚ ਜੁੜਿਆ, ਨਾਮ ਨੂੰ ਜਪਦਾ ਹੈ। ਤਬ ਹੁਆ ਸਗਲ ਕਰਮ ਕਾ ਨਾਸ, ਜਬ ਲਗ ਘਟ ਮਹਿ ਦੂਜੀ ਆਨ, ਤੌਲੋ ਮਹਿਲ ਨ ਲਾਭੈ ਜਾਨ। ਜਬ ਪਰਯੰਤ ਹਿਰਦੇ ਵਿੱਚ ਦੂਜੀ ਦੂਸਰੇ ਦੀ ਸ਼ਰਨ ਦਵੈਤ ਭਾਵਨਾ ਹੈ, ਤਬ ਤੱਕ ਸੂਬ ਦੀ ਪ੍ਰਾਪਤੀ ਨਹੀਂ ਹੁੰਦੀ। ਜਬ ਲਗ ਘਟ ਮਹਿ ਦੂਜੀ ਆਨ, ਭਾਵ ਅਵੇ ਤਵੇ ਦੀ ਝਾਕਦੀ, ਗੁਰੂ ਤੇ ਵਿਸ਼ਵਾਸ ਭਰੋਸਾ ਨਹੀਂ। ਤੌਲੋ ਮਹਿਲ ਨਾ ਲਾਭੈ ਜਾਨ, ਜਬ ਪਰਯੰਤ ਹਿਰਦੇ ਵਿੱਚ ਦੂਜੇ ਦੂਸਰੇ ਦੀ ਸ਼ਰਨ ਹੈ, ਆਪਣੇ ਗੁਰੂ ਤੇ ਪ੍ਰਤੀਤ ਭਰੋਸਾ ਨਹੀਂ, ਦਵੈਤ ਭਾਵਨਾ, ਤਬ ਤੱਕ ਸੂਬ ਦੀ ਪ੍ਰਾਪਤੀ ਨਹੀਂ ਹੁੰਦੀ। ਰਮਤ ਰਾਮ ਸਿਉ ਲਾਗੋ ਰੰਗ, ਕਹਿ ਕਬੀਰ ਤਬ ਨਿਰਮਲ ਅੰਗ। ਭਗਤ ਕਬੀਰ ਜੀ ਮਹਾਰਾਜੇ ਪਾਵਨ ਵਚਨ ਕਹਿੰਦੇ ਨੇ, ਪਿਆਰਿਓ, जब व्यापक राम दे साथ प्रेम लगिया, मन जुड़िया, तब हिरदा निर्मल हो जाता है। जब हिरदा निर्मल हो गया, तब ब्रह्म ज्ञान द्वारा मोक्ष प्राप्त हो जाती है। राग गौड़ी चेती बाणी नाम दियो जियो की, एक ओंकार सतगुर प्रसाद। देवा पाहन तारियल, राम कहत जनक सनातन। एक समय भगत नामदेव जी महाराज राम राम धुनी कर रहे सन। परमेश्वर की याद चिंतन विच जुड़े हुए नेत्र मुंदे हुए ने, जप रहे ने हे राम हे राम। एक सुसुक ज्ञानी ने कहा कि तुसी राम राम करने करके क्या तर जाओगे? ऐसा ज्ञानी आया ने बचन कह दिते भगत जी नूं। भगत नामदेव महाराज जी फिर कहन लगे, क्योंकि देवा पाहन, देवा नाम दा एक पंडित सी, उदयपुर दा राजा दा बड़ा सुंदर वो मंदिर, वो पंडित पूजा करदा। उस राजे दा निजम सी उदयपुर दा कि पहला जाके उस मंदिर में जाना, मत्था टेकना पत्थर दी मूर्ति भगवान दी, फिर फुलां दी माला उस पांडे देवा ने राजे दे गल विच पाउणी। देवनेत नाल ऐसा समा होया, राजा लेट हो गया। पंडित ने सोचिया हुण राजा नहीं आवेगा, वो माला अपने गल विच पा लई।
ਖੜਾਕ ਹੋਇਆ ਖਲੱਥ ਦਾ ਕਿ ਰਾਜਾ ਆ ਰਿਹਾ, ਵਾਹੋ ਦਾਹੀ ਪੰਡਤ ਜੀ ਨੇ ਮਾਲਾ ਲਾਹੀ, ਪ੍ਰਭੂ ਦੀ ਮੂਰਤੀ ਵਿੱਚ ਪਾ ਦਿੱਤੀ। ਜੋ ਇਹ ਕੌਤਕ ਹੋਇਆ, ਰਾਜਾ ਆ ਗਿਆ, ਮੱਥਾ ਟੇਕਿਆ ਰਾਜੇ ਨੇ। ਪੰਡਤ ਨੇ ਜੋ ਸਾਰੀ ਸਮੱਗਰੀ ਇਕੱਠੀ ਕੀਤੀ, ਫਿਰ ਪ੍ਰਭੂ ਅੱਗੇ ਰੱਖੀ ਔਰ ਮਾਲਾ ਗਲ ਵਿੱਚ ਪਾਈ। ਇੱਕ ਧੌਲਾ ਚਿੱਟਾ ਵਾਣ ਉਸ ਮਾਲਾ ਵਿੱਚ ਰਹਿ ਗਿਆ, ਉਸ ਪੰਡਤ ਦਾ ਲੱਗਿਆ ਰਹਿ ਗਿਆ ਦੇਵ ਨੇਤ ਨਾਲ। ਰਾਜਾ ਨੂੰ ਸ਼ੰਕਾ ਹੋ ਗਈ ਕਿ ਇਹ ਮਾਲਾ ਪਹਿਲਾਂ ਪੰਡਤ ਨੇ ਗਲ ਵਿੱਚ ਪਾਈ, ਪਰ ਕਿਆ ਨਹੀਂ। ਰਾਜੇ ਨੇ ਪੁੱਛਿਆ, ਪੰਡਤ ਜੀ ਭਗਵਾਨ ਬੁੱਢੇ ਹੋ ਗਏ ਨੇ? ਜਦੋਂ ਇਹ ਬਚਨ ਕੀਤੇ, ਪੰਡਤ ਕਹਿਣ ਲੱਗਾ, ਪ੍ਰਭੂ ਬੁੱਢੇ ਹੀ ਰਹਿੰਦੇ ਨੇ। ਰਾਜੇ ਨੇ ਕਿਹਾ, ਪੰਡਤ ਜੀ ਕੱਲ ਮੈਂ ਆਵਾਂਗਾ, ਭਗਵਾਨ ਦੇ ਦਰਸ਼ਨ ਕਰਨੇ ਨੇ। ਦਰਸ਼ਨ ਕਰਾਓ ਮੈਨੂੰ। ਜਦੋਂ ਇਹ ਵਾਰਤਾ ਹੋਈ, ਰਾਜਾ ਚਲਾ ਗਿਆ। ਬੜਾ ਭੈ ਭੀਤ ਹੋਇਆ ਉਹ ਪੰਡਤ। ਸਾਰੀ ਰਾਤ ਪ੍ਰਭੂ ਅੱਗੇ ਜੋਦੜੀਆਂ ਅਰਦਾਸਾਂ ਕਰਦਾ, ਹੇ ਪ੍ਰਭੂ ਤੂੰ ਸਭਨਾਂ ਦੀ ਲਾਜ ਰੱਖੀ, ਮੇਰੀ ਵੀ ਰੱਖ। ਬੜੇ ਚਿਰ ਦਾ ਤੇਰੀ ਟਹਿਲ ਕਰਦਾ ਖਾਂ, ਇਹ ਰੂਪ ਤੂੰ ਆਪ ਤਾਰ। ਐਸਾ ਚਰਜ ਕੌਤਕ ਹੋਇਆ, ਪ੍ਰਭੂ ਦੇ ਵੱਡਾ ਵੱਡਾ ਦਾੜਾ। ਔਰ ਰਾਜਾ ਆਇਆ, ਰਾਜੇ ਨੂੰ ਸ਼ੰਕਾ ਸੀ। ਜਦੋਂ ਮੱਥਾ ਟੇਕਿਆ, ਉਸਨੇ ਦਾੜੇ ਦੇ ਬਾਲ ਪੁੱਟ ਕੇ ਦੇਖਣੇ ਚਾਹੇ ਕਿ ਪੰਡਤ ਨੇ ਲਾ ਨਾ ਦਿੱਤੇ ਹੁਣ ਵਾਲ ਪ੍ਰਭੂ ਦੀ ਮੂਰਤੀ। ਰਤ ਵਗਿਆ ਔਰ ਪ੍ਰਭੂ ਨੇ ਫਿਰ ਆਵਾਜ਼ ਦਿੱਤੀ, ਹੇ ਰਾਜਨ, ਹੁਣ ਕੋਈ ਰਾਜਾ ਰਾਜ ਗੱਦੀ ਤੇ ਬੈਠਾ ਮੇਰੇ ਦਰਸ਼ਨ ਨਹੀਂ ਕਰ ਸਕੇਗਾ। ਪਹਿਲਾਂ ਦਰਸ਼ਨ ਕਰ ਸਕਦਾ ਹੈ ਜਦੋਂ ਰਾਜ ਗੱਦੀ ਤੇ ਬੈਠ ਗਿਆ, ਇਸ ਮੰਦਰ ਵਿੱਚ ਨਾ ਆਵੇ ਦਰਸ਼ਨ ਕਰਨ। ਪ੍ਰਭੂ ਨੇ ਬਚਨ ਕੀਤੇ, ਪੰਡਤ ਦੀ ਲਾਜ ਰੱਖੀ। ਭਾਵੇਂ ਉਸਨੇ ਝੂਠ ਬੋਲਿਆ ਸੀ, ਪਰ ਤਰਲੋਕੀ ਦਾ ਮਾਲਕ ਬੜਾ ਬੇਅੰਤ ਹੈ, ਬੜਾ ਵੱਡਾ ਮਾਲਕ ਹੈ। ਭਗਤ ਨਾਮਦੇਵ ਮਹਾਰਾਜ ਜੀ ਕਹਿਣ ਲੱਗੇ, ਦੇਵਾ ਪਾਹਨ ਤਾਰੀ ਅੱਲੇ ਰਾਮ ਕਹਿਤ ਜਨ ਕਸ ਨਾ ਧਰੇ। ਪ੍ਰਮਾਤਮਾ ਨੇ ਰਾਮ ਨਾਮ ਦੇ ਸੇਤ ਬੰਧਨੇ ਕੇ ਸਮੇਂ ਪੱਥਰ ਵੀ ਤਾਰੇ ਨੇ। ਰਾਮ ਦੇ ਕਹਿਣੇ ਸੇ ਦਾਸ ਕਿਵੇਂ ਨਹੀਂ ਤਰੇਗਾ, ਅਵਸ਼ ਤਰੇਗਾ। ਇਹ ਵਾ ਪੰਡਤ ਨੂੰ ਤਾਰਿਆ, ਕਿਉਂਕਿ ਉਹ ਮਾਲਕ ਵੱਡਾ ਹੈ, ਉਹ ਸਮਰੱਥ ਹੈ, ਉਹ ਆਪਣਿਆਂ ਜਨਾਂ ਭਗਤਾਂ ਦੀ ਰੱਖਦਾ ਹੈ। ਬੇਨਤੀ ਕੀਤੀ, ਜੋ ਦੇਵ ਕਰਕੇ ਤਰੇ ਹੈ, ਤਿਨਾਂ ਵਿੱਚੋਂ ਕਿਸੇ ਦਾ ਨਾਮ ਤਾਂ ਲਵੋ। ਭਗਤ ਨਾਮਦੇਵ ਜੀ ਨੂੰ ਸੁਸਗ ਗਿਆਨੀ ਕਹਿਣ ਲੱਗਾ, ਕਰਮ ਕਾਂਡੀ, ਕਿਸੇ ਦਾ ਨਾਮ ਦੇ ਕੇ ਤਾਂ ਮੈਨੂੰ ਦੱਸੋ, ਕਿਹਨਾਂ ਕਿਹਨਾਂ ਨੂੰ ਤਾਰਿਆ ਪ੍ਰਭੂ ਨੇ। ਤਾਰੀ ਲੈ ਗਨ ਕਾ ਬਿਨ ਰੂਪ ਕੋ ਵਿਜਾ, ਬਿਆਦ ਅਜਾਮਲ ਤਾਰੀ ਅਲੇ। ਚਰਨ ਬਦਕ ਜਨ ਤਿਉ ਮੁਕਤ ਭਏ, ਹੋਂ ਬਲ ਬਲ ਜਿਨ ਰਾਮ ਕਹੇ। ਤੋਤੇ ਦੇ ਪੜਾਵਣੇ ਵਾਲੀ ਵੇਸ਼ਵਾ ਗਣਕਾ ਤਾਰ ਲਈ ਪ੍ਰਭੂ ਨੇ। ਜਨਕਪੁਰੀ ਵਿੱਚ ਰਹਿਣ ਵਾਲੀ ਪਿੰਗਲਾ ਨਾਮ ਦੀ, ਉਹ ਵੀ ਤਾਰ ਦਿੱਤੀ ਪ੍ਰਭੂ ਨੇ, ਕਿਉਂਕਿ ਬਚਨ ਰੱਬ ਦੇ ਜਨ ਸੰਤ ਦੇ ਹੋਏ ਸੀ। ਉਹ ਰੂਪ ਵਾਲੀ ਹੋਵੇਗੀ, ਪਰਮੇਸ਼ਰ ਵੀ ਰੂਪ ਦਾ ਲੋਭੀ ਹੈ। ਸੁਸਤ ਗਿਆਨੀ ਕਹਿਣ ਲੱਗਾ, ਇਸ ਕਰਕੇ ਤਾਰ ਲਈ ਹੋਵੇਗੀ। ਫਿਰ ਭਗਤ ਜੀ ਕਹਿਣ ਲੱਗੇ, ਮਥੁਰਾ ਵਿੱਚ ਬਿਨ ਰੂਪ ਕੁਬਜਾ ਤਾਰੀ ਹੈ। ਪ੍ਰਭੂ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਨੇ ਕੋਈ ਰੂਪ ਨਹੀਂ ਸੀ, ਕੁੱਬਾ ਸੀ, ਸਰੀਰ ਉਸਦਾ, ਉਸਨੂੰ ਉਤਾਰਿਆ। ਫਿਰ ਉਹ ਗਿਆਨਵਾਨ ਕਹਿਣ ਲੱਗਾ, ਭਗਤ ਜੀ ਉਹ ਪੁੰਨਵਾਨ ਸੀ, ਉਹਦੇ ਵੱਡੇ ਪੁੰਨ ਸੀ, ਤਾਂ ਤਾਰ ਲਈ।
फिर कहा शिकारी बदक जो परमेश्वर ਨੂੰ ਚਤੁਰਭੁਜ ਪੰਛੀ ਬਣਾ ਕੇ ਪੈਰ ਪਕੜ ਪਿੱਛੇ ਲਟਕਾ ਕੇ ਸਾਧੂ ਦੇ ਪਾਸ ਲੈ ਆਇਆ ਸੀ। ਕਿਉਂਕਿ ਬਦਕ ਸ਼ਿਕਾਰੀ ਸੀ। ਘਣੇ ਜੰਗਲ ਦੇ ਵਿੱਚ ਇੱਕ ਮਹਾਤਮਾ ਬੈਠੇ ਨੇ। ਉਹ ਬਦਕ ਸ਼ਿਕਾਰੀ ਰੋਜ਼ ਆਉਂਦਾ ਹੈ, ਪੰਛੀਆਂ ਨੂੰ ਪਕੜਦਾ, ਵੇਚਦਾ, ਰੋਜੀ ਚੱਲਦੀ ਹੈ ਉਸਦੀ। ਉਸ ਦਿਨ ਜਾਲ ਉਸਦਾ ਸੰਪੂਰਨ ਨਹੀਂ ਹੋਇਆ ਸ਼ਿਕਾਰੀ ਬਦਕ ਦਾ। ਫਿਰ ਪ੍ਰਭੂ ਦੀ ਨੇ ਉਸ ਸਾਧੂ ਮਹਾਤਮਾ ਤਾਂ ਨੇਤਰ ਮੁੰਦੀ ਬੈਠੇ ਸਨ। ਮਨੇ ਮਨ ਅਰਜ਼ ਕੀਤੀ, ਬੇਨਤੀ ਕੀਤੀ, हे ਪ੍ਰਭੂ ਦੇ ਜਨ ਮੇਰਾ ਜਾਲ ਸੰਪੂਰਨ ਹੋ ਜਾਵੇ, ਅੱਧੇ ਪੰਛੀ ਤੁਹਾਨੂੰ ਭੇਟਾ ਕਰਾਂਗਾ, ਅੱਧੇ ਪੰਛੀ ਤੁਹਾਨੂੰ ਭੇਟਾ ਕਰਾਂਗਾ। ਸਾਧੂ ਮਹਾਤਮਾ ਤਾਂ ਪ੍ਰਭੂ ਦੀ ਯਾਦ ਵਿੱਚ ਜੁੜੇ ਬੈਠੇ। ਰੋਏ ਮਨ ਵਿੱਚ ਧਾਰ ਕੇ ਚਲਾ ਗਿਆ, ਜਾਲ ਪਾਇਆ, ਜਾਲ ਸੰਪੂਰਨ ਹੋ ਗਿਆ। ਫਿਰ ਆਇਆ ਪੰਛੀ ਲੈ ਕੇ ਮਹਾਤਮਾ ਅੱਗੇ ਬੇਨਤੀਆਂ ਕਰ ਰਿਹਾ ਹੈ, ਨੇਤਰ ਖੋਲੋ। ਇਹ ਰੱਬ ਦੇ ਜਨ ਮਹਾਤਮਾ ਨੇ ਨੇਤਰ ਖੋਲੇ, ਪੁੱਛਿਆ ਪੁਰਖੋ ਇਹ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕੀਤੀ ਸੀ ਕਿ ਅੱਧੇ ਪੰਛੀ ਤੁਹਾਨੂੰ ਭੇਟਾ ਕਰਾਂਗਾ। ਮਹਾਤਮਾ ਕਹਿਣ ਲੱਗੇ ਸਾਨੂੰ ਪਾਪਾਂ ਦਾ ਭਾਗੀ ਬਣਾਉਣਾ, ਨਾਲੇ ਤੂੰ ਆਪ ਇਹ ਪੰਛੀ ਪਕੜੇ ਨੇ, ਤੂੰ ਬਖਸ਼ਿਆ ਨਹੀਂ ਜਾਵਾਂ। ਛੱਡ ਦੇ ਪੰਛੀਆਂ ਨੂੰ। ਤਤਕਾਲ ਛੱਡ ਦਿੱਤੇ ਬਦਕ ਸ਼ਿਕਾਰੀ ਨੇ, ਚਰਨਾਂ ਤੇ ਟਹਿ ਪਿਆ, ਮੈਨੂੰ ਬਖਸ਼ ਲੋ, ਭੁੱਲ ਹੋ ਗਏ। ਮਹਾਤਮਾ ਕਹਿਣ ਲੱਗੇ ਤੂੰ ਤਾਂ ਬਖਸ਼ਿਆ ਜਾਵੇਂਗਾ ਜੇ ਚਤੁਰਭੁਜ ਪੰਖੀ ਸਾਨੂੰ ਲਿਆ ਕੇ ਦੇਵੇਂ, ਤਾਂ ਬਖਸ਼ਿਆ ਜਾਵੇਂਗਾ। ਚਤੁਰਭੁਜ ਪੰਖੀ ਲਿਆ ਕੇ ਦੇਵੇਂਗਾ। ਸਤ ਬਚਨ ਕਹਿ ਦਿੱਤੇ ਬਦਕ ਸ਼ਿਕਾਰੀ ਨੇ। ਕੁਝ ਸਮਾਂ ਲੱਭਦਾ ਰਿਹਾ, ਰਾਤ ਹੋ ਗਈ, ਘਰ ਗਿਆ, ਆਪਣੀ ਇਸਤਰੀ ਨੂੰ ਦੱਸਿਆ ਕਿ ਇਹ ਵਾਰਤਾ ਜੰਗਲ ਵਿੱਚ ਘਟੀ। ਇਸਤਰੀ ਕਹਿਣ ਲੱਗੀ ਅੱਜ ਤੱਕ ਕਿਸੇ ਨੇ ਸੁਣਿਆ ਨਹੀਂ, ਦੇਖਿਆ ਨਹੀਂ, ਇੰਝ ਹੀ ਕਹਿ ਦਿੱਤਾ ਹੈ ਮਹਾਤਮਾ ਨੇ। ਕਹਿਣ ਲੱਗਾ ਰੱਬ ਦੇ ਜਨ ਕਦੇ ਝੂਠ ਨਹੀਂ ਬੋਲਦੇ। ਮੈਂ ਹੀ ਬਚਨ ਕਰਕੇ ਆਇਆ, ਸਵੇਰੇ ਜਾਵਾਂਗਾ, ਅੰਨ ਜਲ ਉਦੋਂ ਤੱਕ ਛਕਾਂਗਾ ਨਹੀਂ ਜਦ ਤੱਕ ਪੰਛੀ ਭੇਟਾ ਨਾ ਕਰਾਂਗਾ। ਮਨ ਵਿੱਚ ਧਾਰ ਲਿਆ, ਬੜਾ ਸਮਝਾਇਆ ਉਸਦੀ ਇਸਤਰੀ ਨੇ, ਘਰ ਵਾਲੀ ਨੇ। ਚਲਾ ਗਿਆ ਘਣੇ ਜੰਗਲ ਵਿੱਚ, 5-6 ਦਿਨ ਬਤੀਤ ਹੋ ਗਏ, ਕੁਝ ਛਕਿਆ ਨਹੀਂ, ਸਰੀਰ ਵੀ ਨਿਰਬਲ ਹੋ ਗਿਆ ਬਦਕ ਸ਼ਿਕਾਰੀ ਦਾ। ਤੇ ਕੁਝ ਜਲ ਖਲੋਤਾ ਹੈ, ਤੇ ਮਨ ਵਿੱਚ ਆਇਆ ਹੁਣ ਮਰ ਹੀ ਜਾਣਾ। ਮਾਰ ਲੱਗਾ ਕੁਝ ਆਪਣੇ ਛੁਰੀ ਕਿ ਮੈਂ ਮਰ ਜਾਣਾ। ਖੜਾਕ ਹੋਇਆ ਤਰਲੋਕੀ ਦਾ ਮਾਲਕ ਤਤਕਾਲ ਚਤੁਰਭੁਜ ਪੰਖੀ ਦੇ ਰੂਪ ਵਿੱਚ ਆ ਗਿਆ, ਪਕੜ ਲਿਆ। ਕਿਉਂਕਿ ਪ੍ਰੇਮ ਦੇ ਬੰਧਨ ਨਾਲ ਪ੍ਰਭੂ ਬੰਨਿਆ ਜਾਂਦਾ ਹੈ। ਪਾਤਸ਼ਾਹ ਦੇ ਬਚਨ ਨੇ, ਮੇਰੀ ਬਾਂਦੀ ਭਗਤ ਛੜਾਵੈ, ਬਾਂਧੈ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਹ ਕੋ ਗਹਿ ਬਾਂਧੇ, ਤੋ ਫਨ ਮੋਹ ਪੇ ਜਵਾਬ ਨਾ ਹੋਵੇ। ਪ੍ਰਭੂ ਨੂੰ ਬੰਨ ਲਿਆ ਚਤੁਰਭੁਜ ਪੰਖੀ ਦੇ ਰੂਪ ਵਿੱਚ ਵਿਸ਼ਨੂੰ ਭਗਵਾਨ ਜੀ, ਬੰਨ ਕੇ ਲਹਿ ਤੁਰਿਆ ਜੋ ਮਹਾਤਮਾ ਦੇ ਪਾਸ ਪਹੁੰਚੇ। ਨੇਤਰ ਮੁੰਦੇ ਹੋਏ ਨੇ, ਯਾਦ ਵਿੱਚ ਜੁੜੇ ਨੇ। ਪ੍ਰਭੂ ਤਤਕਾਲ ਪ੍ਰਗਟ ਹੋਏ, ਮਹਾਤਮਾ ਨੇ ਨੇਤਰ ਖੋਲੇ, ਨਮਸਕਾਰ ਕੀਤੀ। ਪਰ ਬਦਕ ਡਰ ਗਿਆ ਕਿ ਮੈਂ ਇਤਨਾ ਘੋਰ ਪਾਪ ਪ੍ਰਭੂ ਨੂੰ ਬੰਨ ਲਿਆ। ਫਿਰ ਬਖਸ਼ਾਂ ਕੀਤੀਆਂ, ਚਾਰੇ ਪਦਾਰਥ ਬਖਸ਼ੇ, ਉਸ ਵਰਗ ਨੂੰ ਪ੍ਰਭੂ ਨੇ ਤਾਰਿਆ। ਕਿਉਂਕਿ ਰੱਬ ਦੇ ਜਨ ਦਾ ਬਚਨ ਅਜਾਈ ਨਹੀਂ ਜਾਂਦਾ। ਉਹ ਸ਼ਿਕਾਰੀ ਜੋ ਪਰਮੇਸ਼ਰ ਨੂੰ ਚਤੁਰਭੁਜ ਪੰਖੀ ਬਣਾ ਕੇ ਪੈਰ ਪਕੜ ਕੇ ਪਿੱਛੇ ਲਟਕਾ ਕੇ ਬੰਨ੍ਹ ਕੇ ਸਾਧੂ ਦੇ ਪਾਸ ਲੈ ਆਇਆ ਸੀ, ਅਜਾਮਲ ਇਹ ਪਾਪੀ ਵੀ ਤਾਰ ਲਏ। ਉਹ ਐਸਾ ਮਾਲਕ ਹੈ। ਅਜਾਮਲ ਬੇਸ਼ੁਭਾਗਾਮੀ ਸੀ, ਪਰ ਬਚਨ ਰੱਬ ਦੇ ਜਨ ਦਾ ਮੰਨਿਆ। ਅਜਾਮਲ ਕੋ ਅੰਤਕਾਲ ਮੈਂ ਨਾਰਾਇਣ ਸੁਧ ਆਈ, ਜਾਂ ਗਤ ਕੋ ਜੋਗੀ ਸਰਵਾਂਸ਼ਤ, ਸੋ ਗਤ ਛਿਨ ਮੈਂ ਪਾਇਓ ਛਿਨ ਵਿੱਚ ਪਾ ਦਈ।
ਵੈਕੁੰਠ ਨੂੰ ਗਿਆ ਜਾਣ। ਜਿਸ ਜਰਾ ਨਾਮਾ ਵਿਆਦ ਨੇ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਤੀਰ ਮਾਰਿਆ ਸੀ, ਤੀਰ ਮਾਰਿਆ ਸੀ, ਸੋ ਵੀ ਮੁਕਤ ਹੋਇਆ। ਉਹ ਸਵਰਗ ਦਾ ਅਧਿਕਾਰੀ ਜਾਣ ਕੇ ਉਹ ਬਚਨ ਦਿੱਤਾ, ਜਿਨ੍ਹਾਂ ਨੇ ਰਾਮ ਦੇ ਗੁਣ ਕਹੇ, ਮੈਂ ਤਿੰਨਾਂ ਦੇ ਮਨ ਬਾਣੀ ਕਰਕੇ ਬਲਿਹਾਰੇ ਜਾਂਦਾ ਸਾਂ। ਦਾਸੀ ਸੁਤ ਜਨ ਬੇਦਰ ਸੁਦਾਮਾ, ਉਹ ਗੁਰ ਸੈਨ ਕੋ ਰਾਜ ਦੀਏ। ਭਗਤ ਨਾਮਦੇਵ ਮਹਾਰਾਜ ਜੀ ਵਚਨ ਕਹਿੰਦੇ ਨੇ, ਦਾਸੀ ਸੁਤ ਜਨ ਬਿਦਰ ਸੁਦਾਮਾ, ਉਹ ਗੁਰ ਸੈਨ ਕੋ ਰਾਜ ਦੀਏ। ਜੋ ਦਾਸੀ ਦਾ ਸੁਤ ਪੁੱਤਰ ਬਿਦਰ ਭਗਤ ਸੀ ਪ੍ਰਭੂ ਦਾ। ਆਪ ਪ੍ਰਭੂ ਜਦੋਂ ਕ੍ਰਿਸ਼ਨ ਭਗਵਾਨ ਮਹਾਰਾਜ ਗਏ ਫੈਸਲਾ ਕਰਾਉਣ ਵਾਸਤੇ, ਉਹ ਗੱਲ ਕੋਈ ਨਾ ਸਿਰੇ ਚੜੀ, ਤੇ ਰਾਤ ਗੁਜ਼ਾਰਨੀ ਸੀ ਪ੍ਰਭੂ ਨੇ। ਤੇ ਪ੍ਰਭੂ ਬਿਦਰ ਦੀ ਝੁੱਗੀ ਵਿੱਚ ਗਏ, ਤੇ ਵਾਪਸੀ ਆਏ। ਪਤਾ ਲੱਗਿਆ ਜੋ ਰਾਜਾ ਬੜਾ ਹੰਕਾਰੀ ਸੀ, ਮੁੱਖ ਦੂਜੇ ਪਾਸੇ ਕਹਿਣ ਲੱਗਾ, ਤੁਸੀਂ ਮਹੱਲਾ ਵਿੱਚ ਰਾਤ ਨਹੀਂ ਗੁਜ਼ਾਰੀ, ਜੇ ਮੇਰੇ ਪਾਸ ਨਹੀਂ ਰਹਿਣਾ ਸੀ ਰੋਣਾਚਾਰੀ ਆਦਿਕ ਉਹਨਾਂ ਪਾਸ ਚਲੇ ਜਾਂਦੇ। ਫਿਰ ਭਗਵਾਨ ਕਹਿਣ ਲੱਗੇ ਬਚਨ, ਖਸ ਬੋਲੇ ਭਗਵਾਨ ਜੀ, ਸੁਣਿਓ ਰਾਜਾ ਹੋਏ ਸਨਮੁਖਾ। ਹੱਸ ਕੇ ਬੋਲੇ ਪ੍ਰਭੂ ਜੀ, ਕਹਿਣ ਲੱਗੇ ਭਗਵਾਨ ਕ੍ਰਿਸ਼ਨ ਮਹਾਰਾਜ, ਰਾਜਨ ਮੁਖ ਸਾਡੇ ਵੱਲ ਕਰ। ਹੱਸ ਬੋਲੇ ਭਗਵਾਨ ਜੀ, ਸੁਣਿਓ ਰਾਜਾ ਹੋਏ ਸਨਮੁਖਾ। ਤੇਰੇ ਭਾਉ ਨਾ ਦੇ ਸਹੀ, ਮੇਰੇ ਨਾਹੀ ਅਪਦਾ ਦੁੱਖਾ। ਮੈਨੂੰ ਕੋਈ ਦੁੱਖ ਨਹੀਂ ਹੋਇਆ, ਮੈਂ ਝੁੱਗੀ ਵਿੱਚ ਰਾਤ ਗੁਜ਼ਾਰੀ। ਗੁਣ ਗਾਵਤ ਰਹਿਣ ਬਿਹਾਨੀ, ਗੁਣ ਗਾਉਂਦੇ ਹਾਂ ਰਾਤ ਗੁਜ਼ਰੀ। ਭਾਉ ਜਵੇਗਾ ਬਿਦਰ ਦੇ, ਹੋਰੀ ਦੇ ਚਿੱਤ ਚਾਓ ਨਾ ਚੁੱਖਾ। ਗੋਬਿੰਦ ਭਾਉ ਭਗਤ ਦਾ ਭੁੱਖਾ। ਜੋ ਬਿਦਰ ਦੇ ਹਿਰਦੇ ਵਿੱਚ ਪਿਆਰ ਪ੍ਰੇਮ, ਹੋਰ ਕਿਸੇ ਵਿੱਚ ਮੈਨੂੰ ਦਿਸਿਆ ਕੀ ਨਹੀਂ। ਐਸਾ ਪ੍ਰੇਮ ਜਿਹੜੀ ਇਸਤਰੀ ਘਰ ਸੀ, ਐਸੇ ਪ੍ਰੇਮ ਵਿੱਚ ਗਦ ਗਦ ਹੋਈ। ਪ੍ਰਭੂ ਨੂੰ ਛਿਲਕ ਹੀ ਛਕਾਈ ਜਾ ਰਹੀ ਸੀ, ਗੁੱਦਾ ਬਾਹਰ ਸੁੱਟੀ ਜਾ ਰਹੀ ਸੀ। ਜੋ ਬਿਦਰ ਜੀ ਘਰ ਪਹੁੰਚੇ, ਕਹਿਣ ਲੱਗੇ ਆਪਣੀ ਇਸਤਰੀ ਨੂੰ, ਤੂੰ ਭਗਵਾਨ ਨੂੰ ਛਿਲਕੇ ਛਕਾਈ ਜਾਂਦੀ। ਤੇ ਗੁੱਦਾ ਛਕਿਆ। ਭਗਵਾਨ ਕਹਿਣ ਲੱਗੇ, ਬਿਦਰ ਜੋ ਆਨੰਦ ਤੇ ਰਸ ਛਿਲਕਿਆਂ ਵਿੱਚ ਸੀ, ਉਹ ਗੁੱਦੇ ਵਿੱਚ ਨਹੀਂ, ਕਿਉਂਕਿ ਪ੍ਰੇਮ ਹੀ ਐਸਾ। ਗੋਬਿੰਦ ਭਾਉ ਭਗਤ ਦਾ ਭੁੱਖੋਂ, ਤਾਂ ਪ੍ਰੇਮਾ ਭਗਤੀ ਦਾ ਭੁੱਖਾ ਹੈ। ਅਲੂਣਾ ਸਾਗ ਖਾਧਾ, ਵੱਡੀਆਂ ਬਖਸ਼ੀਸ਼ਾਂ ਪ੍ਰਭੂ ਦੀਆਂ, ਉਹ ਕੈਸਾ ਦਿਆਲੂ ਹੈ। ਇਹ ਨਹੀਂ ਜਾਣਿਆ ਕਿ ਦਾਸੀ ਦਾ ਪੁੱਤਰ ਹੈ, ਭਗਤ ਸੀ ਪ੍ਰਭੂ ਦਾ। ਦਾਸੀ ਸੁਤ ਜਨ ਬਿਦਰ ਸੁਦਾਮਾ, ਉਗ ਸੈਨ ਕੋ ਰਾਜ ਦੀਏ। ਸੁਦਾਮਾ ਬ੍ਰਹਮਣ ਤਾਰਿਆ। ਜੋ ਸੁਦਾਮਾ ਜੀ ਗਏ, ਲਾਗੂ ਹੋਈ ਬਾਹਮਣੀ, ਮਿਲ ਜਗਦੀਸ਼ ਦਲਿੱਦਰ ਗਵਾਏ। ਇਸਤਰੀ ਸੁਦਾਮੇ ਜੀ ਨੇ ਬੜੀਆਂ ਬੇਨਤੀਆਂ ਕੀਤੀਆਂ ਕਿ ਬਾਲ ਸਖਾਈ ਮਿੱਤਰ ਹੈ, ਇਹ ਗਰੀਬੀ ਲੱਦਰ ਕਟਿਆ ਜਾਵੇਗਾ, ਇੱਕ ਵਾਰ ਤਾਂ ਜਾਓ। ਜੋ ਗਏ ਭਗਵਾਨ ਪਾਸ, ਦੁਆਦ ਪਾਲ ਨੇ ਸਾਰੀ ਵਿਥਿਆ ਬਿਆਨ ਕੀਤੀ ਕਿ ਤੁਹਾਡਾ ਮਿੱਤਰ। ਜਦੋਂ ਨਾ ਲਿਆ ਸੁਦਾਮਾ, ਪ੍ਰਭੂ ਨੇ ਜੋੜਾ ਨਹੀਂ ਪਹਿਨਿਆ। ਤਤਕਾਲ ਭੱਜ ਦੌੜੇ, ਫਿਰ ਪਰਿਕਰਮਾ ਕੀਤੀ, ਗਲਵਕੜੀ ਵਿੱਚ ਲਿਆ, ਔਰ ਵੱਡੀਆਂ ਬਖਸ਼ੀਸ਼ਾਂ ਕਰ ਦਿੱਤੀਆਂ। ਕਿਉਂਕਿ ਮਿੱਤਰ ਤੋਂ ਮੰਗਣਾ ਵੀ ਔਖਾ ਹੈ। ਭਗਤ ਸੁਦਾਮੇ ਨੇ ਮੰਗਿਆ ਨਹੀਂ। ਚਾਰ ਪਦਾਰਥ ਸੰਕੋਚ ਪਠਾਏ। ਜੋ ਆ ਰਹੇ ਨੇ ਵਾਪਸ ਘਰ ਵਿੱਚ ਆਏ, ਕੀ ਦੇਖਿਆ, ਲਹਿਰਾਂ ਬਹਿਰਾਂ ਨੌਕਰ ਚਾਕਰ ਵੱਡੇ ਮਹੱਲ ਬਣੇ ਹੋਏ। ਅਚਰਜ ਹੋ ਗਏ। ਪਹਿਲਾਂ ਤਾਂ ਸੋਚਦਾ ਸੀ ਕਿ ਘਰ ਬਾਰ ਹੁਣ ਕਿੱਥੇ, ਬੱਚੇ ਵੀ ਪਤਾ ਨਹੀਂ ਕੀ ਹਾਲ ਹੋਵੇਗਾ, ਅੰਨ ਜਲ ਕੁਝ ਨਹੀਂ ਸੀ, ਅੱਤ ਦੀ ਗਰੀਬੀ। ਜਦੋਂ ਲਹਿਰਾਂ ਬਹਿਰਾਂ ਦੇਖੀਆਂ, ਫਿਰ ਮਨ ਵਿਰਾਗ ਵਿੱਚ ਆ ਗਿਆ। ਉਸ ਮਾਲਕ ਤੋਂ ਮੰਗਿਆ ਵੀ ਨਹੀਂ, ਪਰ ਉਹ ਹਿਰਦੇ ਦੀ ਜਾਣਦਾ ਹੈ, ਉਹ ਵੱਡਾ ਮਾਲਕ ਹੈ।
ਚਾਰ ਪਦਾਰਥ ਸੰਕੋਚ ਬਿਠਾਏ ਪਹਿਲਾਂ ਹੀ ਭੇਜ ਦਿੱਤੇ ਪ੍ਰਭੂ ਨੇ। ਉਹ ਸੈਨ ਕੋ ਰਾਜ ਦਿਓ ਗੋ ਸੈਨ ਜੀਵਤੇ ਨੂੰ ਰਾਜ ਗੱਦੀ ਤੇ ਬਿਠਾ ਲਿਆ। ਅੰਤ ਮੁਕਤ ਵੀ ਕੀਤਾ ਪ੍ਰਭੂ ਨੇ, ਉਹ ਐਸਾ ਮਾਲਕ ਹੈ। ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇ ਉਤਰੇ। ਭਗਤ ਨਾਮਦੇਵ ਮਹਾਰਾਜ ਜੀ ਵਚਨ ਕਹਿੰਦੇ ਨੇ, ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇ ਉਤਰੇ। ਜਪ ਤੋਂ ਹੀਣ ਗਣਕਾ ਬੇਸ਼ਵਾਸੀ, ਤਪ ਤੋਂ ਹੀਣੀ ਸੀ, ਤਾਰਿਆ ਪ੍ਰਭੂ ਨੇ। ਅਚਾਨਚਕ ਮਹਾਤਮਾ ਰੱਬ ਦੇ ਪਿਆਰੇ ਵਾੜੇ ਆਏ, ਮੋਹਲੇ ਧਾਰ ਵਾਸ ਪੈ ਰਹੀ। ਕਿਉਂਕਿ ਪ੍ਰਭੂ ਦੀ ਬਖਸ਼ਿਸ਼ ਹੀ ਐਸੀ, ਪਰ ਪੂਰਬਲਾ ਕਰਮ ਬਣ ਆਇਆ। ਉਹ ਕਰਮ ਕੋਈ ਜਾਗ ਪਿਆ ਜਨਮਾਂ ਦਾ। ਦਾਸੀ ਨੂੰ ਆਖਿਆ, ਕੋਈ ਰੱਬ ਦਾ ਫਕੀਰ ਜਨ ਖਲੋਤਾ, ਉੱਪਰ ਲੈ ਆ ਕੰਬ ਰਿਹਾ। ਬੋਲੇ ਧਾਰ ਵਾਰਸ਼ ਪੈ ਰਹੀ ਹੈ, ਸੇਵਾ ਟਹਿਲ ਕੀਤੀ। ਫਿਰ ਚਰਨਾਂ ਤੇ ਸੀਸ ਰੱਖ ਦਿੱਤਾ, ਰੋਣ ਲੱਗ ਗਈ ਗਣਕਾ, ਕਿਉਂਕਿ ਪਾਪਣ ਸੀ। ਮਹਾਤਮਾ ਦੇ ਨੇਤਰ ਖੋਲੇ, ਪੁੱਤਰੀ ਕੀ ਦੁੱਖ ਹੈ, ਕਿਉਂ ਰੋਂਦੀ ਹੈ? ਪੁਰਖੋ ਮੈਂ ਬੇਸ਼ਵਾ ਹਾਂ। ਤਤਕਾਲ ਉੱਠ ਖਲੋਤੇ, ਅਸੀਂ ਕਿੱਥੇ ਆ ਗਏ? ਚੰਨ ਫੜ ਲਏ, ਮੈਨੂੰ ਤਾਰੋ। ਮਹਾਤਮਾ ਕਹਿਣ ਲੱਗੇ, ਪੋਤਾ ਸਾਡਾ ਆਪਣੇ ਪਾਸ ਰੱਖ ਲੈ, ਰਾਮ ਨਾਮ ਪੜਾਇਆ ਕਰ ਤੋਤੇ, ਕਿਉਂਕਿ ਉਹ ਤੋਤਾ ਮਹਾਤਮਾ ਦਾ ਅਲਾਰਮ ਸੀ। ਤੋ ਪਹਿ ਰਾਤ ਰਹਿੰਦੇ ਆ ਵੀ ਤੋਤੇ ਨੇ ਆਵਾਜ਼ ਦੇਣੀ, ਮਹਾਂਪੁਰਖੋ ਉੱਠੋ ਜੀ, ਇਸ਼ਨਾਨ ਕਰੋ, ਅੰਮ੍ਰਿਤ ਵੇਲਾ ਹੋਇਆ, ਦਾਤਾ ਲੁੱਟਣ ਦਾ ਵੇਲਾ। ਫਿਰ ਮਹਾਤਮਾ ਨੇ ਇਸ਼ਨਾਨ ਕਰਨਾ, ਫਿਰ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ, ਨਾਮ ਨੂੰ ਜਪਣਾ, ਨਾਲ ਤੋਤੇ ਨੇ ਵੀ ਜਪਣਾ। ਫਿਰ ਤਰ ਗਈ ਗਣਕਾ, ਨਰਕਾਂ ਵਿੱਚ ਗੋਤਾ ਵੀ ਨਹੀਂ ਖਾਂਦਾ। ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮ ਕੇ ਸੁਆਮੀ ਤੇਊ ਤਰੈ। ਜਪ ਤੋਂ ਹੀਨ ਗਣਕਾ, ਤਪਹੀਨ ਵਿਆਦ, ਦੋਨੋਂ ਹੀ ਕੁਲਹੀਨ ਦਾਸੀ ਸੁੱਤ। ਬੇਦਰ ਜੀ ਕਰਮਹੀਣ ਅਜਾਮਲ, ਕਰਮ ਕੈਸੇ ਸੀ? ਅਜਾਮਲ ਦੇ ਵੇਸ਼ਵਾ ਗਾਂਧੀ ਸੀ, ਦੇਸ਼ ਤੋਂ ਰਾਜੇ ਨੇ ਕੱਢ ਦਿੱਤਾ ਸੀ। ਨਾਮੇ ਦੇ ਸੁਆਮੀ ਨੂੰ ਜਪ ਕੇ ਅਰਾਧ ਕੇ ਉਹ ਵੀ ਤਰ ਗਏ। ਸੰਤੋ ਸਾਗਰ ਭਾਰੀ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਉਹ ਤਰਦਾ ਹੈ। ਰਾਗ ਗੌੜੀ ਗੁਆਰੇਰੀ ਰਵਿਦਾਸ ਜੀ ਕੇ ਪਦੇ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦਿ। ਮੇਰੀ ਸੰਗਤ ਪੋਚ ਸੋਚ ਦਿਨ ਰਾਤੀ, ਮੇਰਾ ਕਰਮ ਕੁਟਲਤਾ ਜਨਮ ਕੋ ਭਾਂਤੀ। ਭਗਤ ਰਵਿਦਾਸ ਮਹਾਰਾਜ, ਭਗਤ ਭਗਤ ਜਗ ਵਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ ਵੱਜ ਗਿਆ। ਰਾਜੇ ਮਹਾਰਾਜੇ ਚਰਨਾਂ ਦੇ ਸੇਵਕ ਬਣੇ ਭਗਤ ਰਵਿਦਾਸ ਮਹਾਰਾਜ ਜੀ ਦੇ। ਕਿ ਮਹਾਰਾਜ ਮੇਰੀ ਸੰਗਤ ਨੀਚਾਂ ਦੇ ਸਾਥ ਹੈ, ਜੁੱਤੀਆਂ ਗੰਢਦੇ ਸਨ, ਕਿ ਕਾਮਾਦ ਵਿਕਾਰਾਂ ਸੰਯੁਗਤ ਹੋ ਰਿਹਾ। ਦਿਨ ਰਾਤ ਸੋਚ ਰਹਿੰਦੀ ਹੈ, ਮੇਰਾ ਕਰਮ ਕੁਟਲਤਾ ਸਹਿਤ ਹੈ ਪ੍ਰਭੂ। ਜਾਨੋ ਵੀ ਕੋਟੀ ਪ੍ਰਕਾਸ਼ ਤੋਂ ਕਹਿ ਚਮਾਰ ਜਾਤ ਦਾ ਖਾਂ। ਰਾਮ ਗੋਸਈਆ ਜੀ ਕੇ ਜੀਵਨਾ, ਮੋਹਿ ਨਾ ਬਸਾਰੋ ਮੈਂ ਜਨ ਤੇਰਾ। ਇਹ ਰਾਮ ਪ੍ਰਿਥਵੀ ਦੇ ਮਾਲਕ ਮੇਰੇ ਵਾਹਿਗੁਰੂ, ਇਹ ਜੀਵ ਦੇ ਪ੍ਰਾਣ ਰੂਪ ਹੋਕਰ ਜਵਾਵਣ ਵਾਲੇ, ਮੈਂ ਤੇਰਾ ਦਾਸ ਤੇਰਾ ਚਾਕਰ ਹਾਂ। ਮੈਨੂੰ ਨਾਮ ਸਾਰੋ, ਦਿਨ ਰਾਤ ਤੇਰੀ ਯਾਦ ਵਿੱਚ ਜੁੜਿਆ ਰਹਾਂ। ਰਾਮ ਗੁਸਈਆ ਜੀ ਕੇ ਜੀਵਨਾ, ਮੋਹਿ ਨਾ ਬਸਾਰੋ ਮੈਂ ਜਨ ਤੇਰਾ। ਜੋ ਗੁਰੂ ਨਾਨਕ ਦਾ ਬਣ ਗਿਆ, ਗੁਰੂ ਨਾਨਕ ਹੀ ਉਹਦਾ ਹੈ।
मेरी खरो बेबत जन करो सुभाई, चरण न छाडो शरीर कल जाई। मेरी जन्म ते मन रूपी बिपता नूं दूर करो प्रभु, मुझ दास नूं भगती दे के शोभ नहीं करो। आपदे चरण नहीं छड्डांगा, चाहे शरीर जो सुंदर कल नूं ही जांदा रखे। कल नूं जांदा अज चला जावे, तन मैनू तन दा नहीं। चरण ना छाडो शरीर कल जाई, कल दा जांदा सुंदर तन अज चला जावे। पतरे तेरे चरण नहीं छड्डांगा। कहो रविदास परो तेरी सांबा, बेग मिलो जन करना बेलांबा। भगत रविदास महाराज, कैसी भावना, कैसी श्रद्धा है भगत जी दे मन विच, कैसा प्यार प्रभु दे प्रति। हे प्रभु तेरी शरण विच पिया, मुझ दास नूं चक्र नूं शीघ्र मिलो, मिलने में देर ना करो। बेग मिलो जन करना बिलांबा, मिलन दी इच्छा है। भगत रविदास महाराज जी नूं किसी ने कहा कि तुसी किथे रहिंदे हो, तुहाडा घर किहड़ा है। फिर भगत रविदास महाराज जी कहन लगे, बेगमपुरा शहर को नाओ, दुख अंधो नहीं ते ठाओ। ना तसवी सिख राज ना माल, खौफ ना खताना तरस जवाल। भगत जी ने फिर उत्थे की बयान किया, कहन लगे बेगमपुरा शहर को नाओ। बेगम अफसोस सोग रहत, जिथे ना दुख ना सुख ना खुशी ना गम, आनंद ही आनंद है। बेगम जिथे कोई गम ना हो, अफसोस ना हो, ऐसा शहर दा नाम है बेगमपुरा। ब्रह्म स्वरूप है, जिस स्थान में दुख संसा नहीं, ना चिंता है, शर्मिंदगी खराबी भी नहीं, मसूल भी नहीं, ना माल भय नहीं, क्योंकि गुनाह कोई करदा ही नहीं। ना कोई दया रखता है, ना किसी नू घाटा आपदा पीड़ा ही पैंदी है। अब मोहे खूब वतन गह पाई, ऊहा खैर सदा मेरे पाई। अब मैंने चंगी वतन की जगह पाई है, सब वतन मिले आखिर मैनू। ये मेरे भाई वहां सदा ही सुख ते आनंद है। फिर वचन कहे जगयासू ने, भगत जी उस शहर का नाम की है। कायम दायम सदा पातशाही, दो मना सेम एक सो आही। आबादान सदा मशहूर, ऊहा गनी वसे मामूर। भगत जी कहन लगे, कायम स्थित हमेशा सदा सदा पातशाही स्थित है उत्थे, दूसरा नहीं। कौन वजीर तीसरा बख्शी नहीं, दवैत नहीं, तीनों गुण ही नहीं। सो एक ही है, अद्वितीय है, सुते प्रकाश है। सर्व समयां विच सगन वसदा है, आबादान सतना द्वारा प्रगट भी है। बैकुंठ ब्रह्मा उस स्थान विच धनी वसदे ने बड़े बड़े, मामूर लबा लब होए आनंद पूर्वक वसदे ने। जो दैवी संपत्ति दे धन करके युक्त ने, त्यों त्यों सैल करे ज्यों पावै। महरम महल ना को अटकावै। भगत जी कहन लगे, प्यारिया जिस प्रकार तिन्हां नूं पाउंदा है, त्यों त्यों सैल करदे ने, सुतंत्र ने, कोई अधीन नहीं। जो सबै स्वरूप दे भेदी ने, तिन्हां नूं कोई रोकदा नहीं। कह रविदास खिलास चमारा,
जो हम सहरी सो मीत हमारा। पाते रविदास महाराज जी कहते ने, रविदास बिमार कहता अपने आप को कह रहे थे मैं तां निर्बंध होया हाँ, खलासी हो गई मेरी। भगत जी कहने लगे जो असी शहरी हमारे बेगमपुरे दा रहने वाला है सो मेरा मित्र है। जो हम शहरी सो मीत हमारा, जो शहर का रहने वाला वो मेरा मित्र है। एक ओंकार सतगुर प्रसाद, गौड़ी बैरागण रविदास जियो। घट अब घट डूगर घना, एक निर्गुण बैल हमार। रमैये स्यों एक बेनती मेरी, पूंजी राख मुरार। अंतःकरण शरीर विच औखे पर्वतां दा समुदाय, जो काम क्रोध लोभ अहंकार विकार रूपी घने ने साडा मन रूपी वैल शुभ गुणा तो रहे तिन पर्वतां विच पै गए। रमण रूप वाहिगुरु तो एक बेनती है कि हे मुरारी मेरी श्रद्धा रूप प्राणा रूप पूंजी नूं रख सफली कर। को बन जारो राम को, मेरा टांडा ला दिया जाए रे। ये भाई कोई राम नाम का बनजारा भी है, तुसी क्यों पुछदे हो? भगत जी कहन लगे मेरा साथ लदिया जाता है। को बन जारो राम को, मेरा टांडा ला दिया जाए रे। क्योंकि बनजारी बनना सतगुरां दे पावन बचन ने। वणज करो वणजारियो, वखर लेहो संभाल। तैसी वस्तु वसाही है जैसी निभ है नाल। अपने एक परमेश्वर का नाम ही निभना है। सेवा ते सिमरन ऐसी वस्तु की संभाल करिए, वणज करिए। खो वनजारो राम को, सहज करो व्यापार। मैं राम नाम धन लदया, बिखला दी संसार। मैं राम का वणजारा सुभाविक ही व्यापार करता हाँ। तो साने क्या वणज किया? जगियासू कहन लगा भगत जी तुसी वणज की कीता? भगत जी कहते यारिया मैं राम नाम धन लदया, संसार दे वेखे रूप जहर लदी। साध ने तो विषे रूपी जहर लद ली, पर मैं की लदिया? मैं राम नाम सच्चा धन लदिया। संसारिया ने विषे विकार रूपी जहर लद ली। और वार पार के दानिया, लिख ले हो आल पताल। मोहे जम डंड ना लाग गई, तजी ले सर्ब जंजाल। और वार पार लोक परलोक के कर्मां दे जानन वालिया, हे चित्रगुप्त मेरा कुछ अस्त व्यस्त खान पान आदि कर्म भी लिख लवो। चित्रगुप्त कहन लगे असी लिखांगे तो तैनू जम डंड सहारना पवेगा। चित्रगुप्ता नाल ये विचारां होईयां भगत जी दी। भगत जी कहन लगे मोए जम डंड ना लग गई, तजीले सर्ब जंजाल। मैनू जमा का डंड नहीं लगता कि मैंने बंधन रूप कर्मां दे संपूर्ण जाल ही त्याग दिते। बेनती की तुसां ने क्या जान के जंजाल त्यागे नहीं? की कारण? जैसा रंग कुसुंभ का तैसा एहो संसार। मेरे रमैये रंग मजीठ का, कौ रविदास चमार। जैसे कुसुंबे का रंग कच्चा हुंदा है, तैसा ही संसार का रंग भी कच्चा है, सच्चा नहीं, झूठा है। भगत जी कहते ने मेरे रमैये का रंग मजीठ जैसा है, गहरा है। संसार मिथ्या झूठा से विरती हटा के सत चित ब्रह्म दे विच विरती नूं जोड़िया है।
ਗੌੜੀ ਪੂਰਬੀ ਰਵਿਦਾਸ ਜੀਓ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ। ਐਸੇ ਮੇਰਾ ਮਨ ਵਿਖਿਆ ਬੇਮੋਹਿਆ, ਕਛ ਆਰਾ ਪਾਰ ਨਾ ਸੂਝ। ਭਗਤ ਰਵਿਦਾਸ ਮਹਾਰਾਜ ਜੀ ਪ੍ਰਭੂ ਅੱਗੇ ਬੇਨਤੀਆਂ ਕਰਦੇ ਨੇ। ਜੈਸੇ ਕੂਏ ਵਿੱਚ ਡੱਡੂ ਪੜਿਆ ਹੋਇਆ, ਕਛ ਦੇਸ ਵਿਦੇਸ ਨਹੀਂ ਬੁੱਝਦਾ ਉਹ ਡੱਡੂ ਮੇਂਢਕ। ਅਸੀਂ ਗ੍ਰਸਤ ਲੋਕ ਕੂਏ ਵਿੱਚ ਪਏ ਹੋਏ, ਮੇਰਾ ਮਨ ਵਿਸ਼ੇਸ਼ ਕਰਕੇ ਵਿਸ਼ਿਆਂ ਵਿੱਚ ਮੋਹਤ ਹੋਇਆ। ਕੁਛ ਔਲਾਦ ਜਗਤ ਭਾਰੂ ਬ੍ਰਹਮ ਨਹੀਂ ਸੂਝਦਾ। ਇਹ ਨਿਹਚਾ ਨਹੀਂ ਹੁੰਦਾ ਕਿ ਬ੍ਰਹਮ ਸਤ ਹੈ, ਜਗਤ ਝੂਠਾ ਹੈ। ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨਾ ਬੂਝ। ਐਸੇ ਮੇਰਾ ਮਨ ਵਿਖਿਆ ਬੇਮੋਹਿਆ, ਕਛ ਆਰਾ ਪਾਰ ਨਾ ਸੂਝ। ਬੇਨਤੀ ਕੀਤੀ, ਮੈਂ ਤਾਂ ਸਰਬ ਵਿਆਪੀ ਹਾਂ, ਆਕਾਸ਼ ਬਾਣੀ ਹੋਈ ਪ੍ਰਭੂ ਦੀ। ਮੈਨੂੰ ਕਿਉਂ ਨਹੀਂ ਤੂੰ ਜਾਣਦਾ, ਮੈਂ ਸਰਬ ਵਿਆਪੀ ਹਾਂ, ਘਟ ਘਟ ਵਿੱਚ ਬੈਠਾ। ਭਗਤ ਜੀ ਕਹਿਣ ਲੱਗੇ, ਸਗਲ ਭਵਨ ਕੇ ਨਾਇਕਾ, ਇੱਕ ਛਿਨ ਦਰਸ ਦਿਖਾਏ ਜੀ। ਆਓ ਇਹ ਸੰਪੂਰਨ ਭਵਨਾਂ ਦੇ ਸੁਆਮੀ ਮੇਰੇ ਮਾਲਕ, ਇੱਕ ਖਿੰਨ ਮਾਤਰ ਦਰਸ਼ਨ ਦਿਖਾ, ਦੁਦਾਦ ਦਿਓ ਜੀ। ਪ੍ਰਭੂ ਕਹਿਣ ਲੱਗੇ, ਤੂੰ ਆਪਣਾ ਪੁਰਸਾਰਥ ਕਰਕੇ ਦੇਖ ਲੈ, ਯਤਨ ਕਰਕੇ ਉਦਮ ਕਰਕੇ ਦੇਖ ਲੈ। ਫਿਰ ਭਗਤ ਜੀ ਕਹਿਣ ਲੱਗੇ, ਮਲਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ। ਕਰੋ ਕਿਰਪਾ ਭ੍ਰਮ ਚੂਕਈ, ਮੈਂ ਸੁਮਤ ਦੇਹੋ ਸਮਝਾਏ। ਇਹ ਮਾਧਵ ਮੇਰੀ ਬੁੱਧੀ ਵਿਸ਼ਿਆਂ ਕਰਕੇ ਮਲੀਨ ਹੈ, ਤੇਰੀ ਗਤ ਲਖੀ ਨਹੀਂ ਜਾਂਦੀ। ਐਸੀ ਕਿਰਪਾ ਕਰੋ ਪ੍ਰਭੂ ਜੋ ਭਰਮ ਚੂਕ ਜਾਵੇ। ਸਿੱਟ ਬੁੱਧੀ ਦਵੋ ਤੁਸੀਂ, ਪਾਸ ਦੀ ਆਰ ਪਾਸ ਦੀ ਸਮਝਿਆ ਜਾਵੇ। ਮੇਰੇ ਗੁਣ ਉਚਾਰਨ ਕਰਕੇ ਤਬ ਤੇਰੀ ਬੁੱਧੀ ਨਿਰਮਲ ਹੋ ਜਾਵੇ। ਫਿਰ ਬਚਨ ਕਹਿਣ ਲੱਗੇ ਭਗਤ ਜੀ, ਜੋਗੀ ਸੁਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ। ਪ੍ਰੇਮ ਭਗਤ ਕੈ ਕਾਰਨ ਕੋ ਰਵਿਦਾਸ ਚਮਾਰ। ਇਹ ਪ੍ਰਭੂ ਮੇਰੇ ਮਾਲਕ, ਤੇਰੇ ਗੁਣ ਕਥਨ ਤੋਂ ਬੇਅੰਤ ਨੇ ਪ੍ਰਭੂ। ਜੋਗੀਸ਼ਵਰ ਵੀ ਜੋਗੀਸ਼ਵਰ ਵੀ ਨਹੀਂ ਪਾਉਂਦੇ। ਮੈਂ ਤੋਂ ਨਿਉਨ ਜਾਤੀ ਵਾਲਾ ਚਮਾਰ ਹਾਂ। ਪ੍ਰੇਮਾ ਭਗਤੀ ਦੇ ਵਾਸਤੇ ਕਿਸੇ ਨੂੰ ਮਾਤਰ ਦਰਸ਼ਨ ਦਿਖਾਵੋ ਪ੍ਰਭੂ। ਗੌੜੀ ਬੈਰਾਗਣ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ। ਆਵਾਗਮਨ ਦੀ ਨਿਵਰਤੀ ਦੇ ਵਾਸਤੇ ਭਗਤੀ ਗਿਆਨ ਤੋਂ ਬਿਨਾਂ ਸਰਬ ਕਰਮਾਂ ਦੀ ਨਿਖਿਧੀ ਕਰਦੇ ਹੋਏ ਪਾਵਨੀ ਉਪਦੇਸ਼ ਦਿੰਦੇ ਨੇ। ਸਤਿਯੁਗ ਵਿੱਚ ਤਾਂ ਸਭ ਲੋਕ ਸਤ ਬੋਲਦੇ ਸੀ। ਸਤਿਯੁਗ ਦੇ ਯੁੱਗ ਵਿੱਚ ਇਹੀ ਵੱਡਾ ਧਰਮ ਸੀ। ਤ੍ਰੇਤੇ ਯੁੱਗ ਵਿੱਚ ਜਗਾਂ ਕਰਕੇ ਪੂਜਨ ਹੁੰਦੇ ਸੀ, ਜਗ ਆਦਿਕ ਹੁੰਦੇ ਸੀ, ਬੜੀ ਪੂਜਾ ਹੁੰਦੀ ਸੀ। ਦੁਆਪਰ ਯੁੱਗ ਵਿੱਚ ਪੂਜਨ ਰੂਪ ਕਰਮ ਕਰਦੇ ਸੀ, ਬੜੇ ਪੂਜਨ ਰੂਪ ਕਰਮ ਹੁੰਦੇ ਸੀ। ਤੀਨੋਂ ਯੁੱਗ ਤੀਨੋਂ ਰੇੜੇ ਕਲ ਕੇਵਲ ਨਾਮ ਆਧਾਰ। ਤਿੰਨਾਂ ਯੁੱਗਾਂ ਵਿੱਚ ਤਿੰਨੇ ਕਰਮ ਸੱਤ ਜਗ ਪੂਜਾ ਜਿਹੜੇ ਹੋਏ ਸੀ। ਸੋਈ ਮੋਖ ਦਾਤਾ ਸੀ। ਉਹ ਕਲਯੁਗ ਦਾ ਯੁੱਗ ਹੈ। ਕੇਵਲ ਇੱਕ ਵਾਹਿਗੁਰੂ ਦਾ ਨਾਮ ਹੀ ਮੋਖ ਕਰਨ ਨੂੰ ਆਧਾਰ ਹੈ। ਕਲ ਕੇਵਲ ਨਾਮ ਆਧਾਰ। ਭਾਵ ਕੈਸੇ ਪਾਏ ਮੋਰੇ ਮੋ ਸੋ ਕੋ ਨਾ ਕਹਿ ਸਮਝਾਏ। ਜਾਤੇ ਆਵਾ ਗਵਨ ਬਲਾਏ। ਆਓ ਭਾਈ, ਗਿਆਨ ਤੋਂ ਬਿਨਾਂ ਪਾਰੂ ਪਰਮੇਸ਼ਰ ਨੂੰ ਕਿਵੇਂ ਪਾਵੇਂਗਾ? ਜਿਸ ਕਰਮ ਦੇ ਕਰਨ ਕਰਕੇ ਜਨਮ ਮਰਨ ਚਲਾ ਜਾਵੇ, ਐਸੇ ਮੈਨੂੰ ਵੀ ਸਮਝਾ ਕੇ ਕੋਈ ਨਹੀਂ ਕਹਿੰਦਾ।
ਬੇਨਤੀ ਕੀਤੀ, ਭਗਤੀ ਗਿਆਨ ਤੋਂ ਬਿਨਾਂ ਆਵਾਗਮਨ ਕਿਉਂ ਨਹੀਂ ਜਾਂਦਾ? ਕਾਰਨ ਬਹੁ ਵਿਧ ਧਰਮ ਨਰੂਪੀਐ ਕਰਤਾ ਦੀਸੈ ਸਭ ਲੋਏ। ਬਹੁਤ ਪ੍ਰਕਾਰ ਦੇ ਧਰਮ ਨਿਰੂਪਣ ਵੀ ਕਰੀਏ, ਇੱਕ ਪੁਰਸ਼ ਧਰਮ ਦੇ ਕਰਤਾ ਵੀ ਦੱਸਦੇ ਨੇ। ਸਰਬ ਲੋਕਾਂ ਵਿੱਚ ਤਿੰਨਾਂ ਤੋਂ ਅਸੀਂ ਪੁੱਛਦੇ ਹਾਂ, ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿੱਧ ਹੋਏ। ਕਿ ਐਸਾ ਕਰਮ ਕਿਹੜਾ ਜਿਸ ਕਰਕੇ ਸੰਸਾਰ ਬੰਧਨਾਂ ਤੋਂ ਛੁੱਟ ਜਾਈਏ। ਜਿਸ ਕਰਮ ਦੇ ਕਣਿਆਂ ਸਾਲੋਕ ਆਦਿਕ ਸਰਬ ਮੋਖ ਦੀ ਪ੍ਰਾਪਤੀ ਹੁੰਦੀ ਹੈ। ਕਰਮਾਂ ਸੇ ਮੋਖ ਹੋਵੇਗੀ। ਫਿਰ ਬਚਨ ਕਹਿੰਦੇ ਨੇ ਭਗਤ ਜੀ, ਕਰਮ ਅਕਰਮ ਵਿਚਾਰੀਐ ਸੰਕਾ ਸੁਨ ਬੀਰ ਪੁਰਾਨ। ਸ਼ੁਭ ਕਰਮ ਜੋ ਮੰਦ ਕਰਿਆ, ਜੇਕਰ ਤਿੰਨਾਂ ਦਾ ਵਿਚਾਰ ਕਰੀਏ ਤਾਂ ਵੇਦ ਪੁਰਾਣਾਂ ਨੂੰ ਸੁਣ ਕੇ ਕਿ ਸ਼ੰਕਾ ਹੁੰਦੀ ਹੈ। ਕਿਸੇ ਸਥਾਨ ਵਿੱਚ ਕਰਮ ਕਰਨਾ ਕਹਿ ਦਿੱਤਾ ਔਰ ਜਗ੍ਹਾ ਉਸ ਦਾ ਨਾ ਕਰਨਾ ਕਿਹਾ, ਐਸੀ ਸ਼ੰਕਾ ਹੁੰਦੀ ਹੈ। ਸੰਸਾਰ ਸਦ ਹਿਰਦੈ ਵਸੈ ਕੌਣ ਹਿਰੈ ਅਭਿਮਾਨ। ਸਦੀਵ ਕਾ ਸੰਸਾਰ ਹਿਰਦੇ ਵਿੱਚ ਵਸਦਾ ਹੈ, ਦੇ ਅਭਿਮਾਨ ਨੂੰ ਕੌਣ ਕਰਮ ਦੂਰ ਕਰੇਗਾ। ਬੇਨਤੀ ਕੀਤੀ, ਤੀਰਥ ਇਸ਼ਨਾਨ ਕਰਕੇ ਮੋਖ ਹੁੰਦਾ ਹੈ। ਬਾਹਰ ਉਦਕ ਬਖਾਰੀਐ ਘਟ ਭੀਤਰ ਬੇਵਿਧ ਵਿਕਾਰ। ਜੇ ਬਾਹਰ ਸਰੀਰ ਨੂੰ ਜਲ ਵਿੱਚ ਧੋਈਏ ਤਬ ਅੰਤਹਿਕਰਣ ਵਿੱਚ ਨਾਨਾ ਪ੍ਰਕਾਰ ਦੇ ਵਿਕਾਰ ਰੂਪੀ ਮੈਲ ਰਹਿੰਦੀ ਹੈ। ਸੁਧ ਕਵਨ ਪਰ ਹੋਏ ਵੋ ਸੁਚ ਕੁੰਚਰ ਵਿਧ ਵਿਵਹਾਰ। शेष करके शुद्ध कवन प्रकार की हो गई, बाहरली पवित्रता है। सो हाथी दे व्यवहार की विधि हो गई। जैसे हाथी इशनान करके खाक सिर पे पा लेंदा है, ते शरीर नहा के जीव एक पाप उतारदा और 10 होर तार लेंदा। पाप करे पंचा के बसरे, तीर्थ नहाए कहें सब उतरे। बहुत कमावे होए नसंक, जमपुर बाद खरे कलंक। कहता मेरे पाप तीर्थ व इशनान करके उतर गए, होर चाड़ लेंदा, होर करदा। फिर बेनती की, आप ही कहो जी मोह किवें हुंदा है। भगत जी कहन लगे, रव परगास रजनी जथा, गत जानत सब संसार। जैसे सूरज दे उदय होने करके रात्रि नष्ट हो जाती है, प्रकाश हो जाता है, अंधेरा दूर हो जाता है। इस बचन को संपूर्ण संसार जानता है कि सूरज उदय होया, रात का विनाश हो गया, चानण का प्रकाश होया। तैसे जब ज्ञान सूरज हृदय में प्रकाशदा है, ज्ञान का सूरज, तब अविद्या रात्रि नष्ट हो जाती है, ज्ञान का प्रकाश हो गया। बेनती की, ज्ञान का होना बड़ा कठिन है, बड़ा औखा है। पारस मानो ताबोश होए, कनक होत नहीं बार। पारस मानो ताबोश होए, कनक होत नहीं बार। इस बात को मन लवो, जैसे पास नू पारस तांबे नू जब छू जावे तब सोना होंदिया देरी नहीं लगती। तब गुरु द्वारा महावाक उपदेश दे होंदिया ब्रह्म रूप नेचा होने करके होने दे विच कोई देरी नहीं होंदी। फिर बेनती की, भगत जी फिर जीव गुरु नू शीघ्र क्यों नहीं मिलते, गुरु वाले क्यों नहीं बनते, ये नाम क्यों नहीं जपते, कारण की है। परम परस गुर भेटिया पूरब लिखत ललाट। जेकर पूर्व जन्म का पुण्य कर्म मस्तक विच मेरे विधाता दा लिखिया है तो बड़े भाल स्वरूप गुरु नू मिल जाता है। उन मन मन ही मिले, उन मन 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 ही मिले, छुटकत बजर कबाट। जिन्हों ने संसार की तरफों अंतःकरण उल्टाए ने, वो पुरुष मन ही विच परमेश्वर नू मिल गए। किवें मिले? बजरबद डेढ़ पंच को सूब तख्ते खुलन करके। पहले केड़ा साधन किया उन्होंने? भगत जी कहते ने, भगत जुगत मत सत करी, भरम बंधन काट बेकार। भगती दे संयुक्त हो गए, नाम जपन लग गए। नीचे आत्मक बुद्धि है, इस करके जो विचार भरम बंधन सी कट दिते।
सोई बस रस मन मिले गुण नित्य गुण एक विचार। सोई बस रस मन मिले गुण निर्गुण एक विचार। परमात्मा ਵਿੱਚ ਉਹੀ ਵਸੇ ਨੇ ਜਿਨ੍ਹਾਂ ਨੂੰ ਅੰਤਹਿਕਰਨ ਪ੍ਰੇਮ ਵਿੱਚ ਮਿਲੇ ਨੇ। ਗੁਣਾ ਸਹਿਤ ਜੀਵ ਔਰ ਨਿਰਗੁਣ ਤ੍ਰੈ ਗੁਣ ਰਹਿਤ ਬ੍ਰਹਮ ਤਿਨਾਂ ਦੋਨਾਂ ਦੇ ਇੱਕ ਸਮਝਾਰੇ ਆ। ਦੋਨਾਂ ਨੂੰ ਸਤਜਿਤ ਆਨੰਦ ਰੂਪ ਜਾਣ ਲਿਆ। ਆਨਕ ਜਤਨ ਐ ਗ੍ਰਹਿ ਕੀਏ ਢਾਰੀ ਨ ਟਰੈ ਭ੍ਰਮ ਵਾਸ। ਤੀਰਥ ਯੱਗ ਆਦਿਕ ਅਨੇਕ ਕਰਮ ਦੇ ਕਰਮਾਂ ਯਤਨ ਦੇ ਕਰਮਾਂ ਦੇ ਸੰਗ੍ਰਹਿ ਕਰਿਆ। ਭਰਮ ਰੂਪੀ ਫਾਸੀ ਟਾਰੀ ਹੋਈ ਨਹੀਂ ਟਲਦੀ। ਪ੍ਰੇਮ ਭਗਤ ਨਹੀਂ ਉਪਜੈ ਤਾਂ ਤੇ ਰਵਿਦਾਸ ਉਦਾਸ। ਭਗਤ ਰਵਿਦਾਸ ਮਹਾਰਾਜ ਜੀ ਬਚਨ ਕਹਿੰਦੇ ਨੇ ਪਿਆਰਿਓ, ਕਿਉਂਕਿ ਪ੍ਰੇਮ ਭਗਤ ਨਹੀਂ ਉਪਜੈ ਤਾਤੇ ਰਵਿਦਾਸ ਉਦਾਸ। ਕਿ ਪ੍ਰੇਮਾ ਭਗਤੀ ਵੀ ਨਹੀਂ ਉਤਪੰਨ ਹੁੰਦੀ। ਅਤੇ ਰਵਿਦਾਸ ਜੀ ਕਹਿੰਦੇ ਅਸੀਂ ਤਿੰਨ ਕਰਮਾਂ ਸੇ ਉਦਾਸ ਖਾਂ। ਅਸੀਂ ਉਸ ਪਰਮੇਸ਼ਰ ਦੀ ਬੰਦਗੀ ਵਿੱਚ ਜੁੜੇ ਖਾਂ, ਨਾਮ ਜਪਦੇ ਖਾਂ। ਸਤਿਗੁਰੂ ਦੀ ਉਪਦੇਸ਼ 'ਤੇ ਚੱਲੀਏ, ਗੁਰ ਸ਼ਬਦੀ ਗੁਰਮਤੀਏ ਬਣੀਏ। ਨਾਮ ਨੂੰ ਜਪੀਏ, ਸੰਗ ਕਰੀਏ ਸਤਪੁਰਸ਼ਾਂ ਦਾ। ਆਪਣਾ ਅਮੋਲਕ ਜਨਮ ਸਫਲ ਹੋ ਜਾਵੇ। ਏ ਅਚੁੱਤ के पूरन के सर्ब में दुख भंजन दास। के संगी के निरंकार के निर्गुण सब ते